2024 ਦੀਆਂ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ, ਵਿੱਚ ਇੱਕ ਸਾਲ ਰਹਿ ਚੁੱਕਿਆ ਹੈ ਔਰ ਹੁਣ ਤੇਜ਼ ਹੋ ਗਈ ਹੈ ਗਤੀਵਿਧੀ ਕੇਂਦਰ ਸਰਕਾਰ ਦੀ। ਇੱਕ ਪਾਸੇ ਗ੍ਰਹਿ ਮੰਤਰਾਲੇ ਨੂੰ ਹੁਣ ਗੈਂਗਸਟਰਸ ਯਾਦ ਆ ਗਏ ਨੇ ਔਰ ਦੂਜੇ ਪਾਸੇ PM ਮੋਦੀ ਨੂੰ ਵੀ ਆਪਣੇ ਤੋਰੇ ਫੇਰੇ ਹੁਣ ਯਾਦ ਆ ਚੁੱਕੇ ਨੇ ਔਰ PM ਮੋਦੀ ਵੀ ਆਪਣੇ ਫੇਰਿਆਂ ਤੇ ਨਿਕਲ ਚੁੱਕੇ ਨੇ ਔਰ ਹੁਣ ਅਮਿਤ ਸ਼ਾਹ ਗੈਂਗਸਟਰਾਂ ਦੇ ਪਲ ਭੱਜਦੇ ਦਿਖਾਈ ਦੇ ਰਹੇ ਨੇ। ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ, ਬੀਤੇ ਦਿਨ ਵੀ ਇੱਕ ਸੂਚੀ ਤਿਆਰ ਕੀਤੀ ਗਈ ਸੀ ਔਰ ਉਸ ਸੂਚੀ ਦੇ ਵਿੱਚ 28 ਮੋਸਟ ਵਾਂਟਡ ਗੈਂਗਸਟਰਸ ਦਾ ਨਾਮ ਸ਼ਾਮਿਲ ਕੀਤਾ ਗਿਆ ਸੀ। ਉਹਨਾਂ ਉੱਤੇ ਕੀਤੀ ਜਾਣ ਵਾਲੀ ਕਾਰਵਾਈ ਜਿਹੜੀ ਹੈ ਉਸ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਸੀ ਔਰ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਹੁਣ ਇਹਨਾਂ ਗੈਂਗਸਟਰਸ ਦੇ ਖਿਲਾਫ ਕਾਰਵਾਈ ਹੋਵੇਗੀ। ਔਰ ਹੁਣ ਦੁਬਾਰਾ ਤੋਂ ਉਸੇ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ, ਵਿਦੇਸ਼ਾਂ 'ਚ ਬੈਠੇ ਮੋਸਟ ਵਾਂਟਡ ਗੈਂਗਸਟਰਸ ਦੇ ਖਿਲਾਫ ਹੁਣ ਗ੍ਰਹਿ ਮੰਤਰਾਲੇ ਸਖਤੀ ਕਰਦਾ ਦਿਖਾਈ ਦੇ ਰਿਹਾ। ਕੇਂਦਰੀ ਗ੍ਰਹਿ ਮੰਤਰਾਲੇ ਯਾਨੀ ਕਿ ਅਮਿਤ ਸ਼ਾਹ ਹੁਣ ਸਖਤੀ ਕਰਦੇ ਦਿਖਾਈ ਦੇ ਰਹੇ ਨੇ। ਅਮਿਤ ਸ਼ਾਹ ਵੱਲੋਂ ਤਿਆਰੀ ਕਰ ਲਈ ਗਈ ਹੈ, ਹੁਣ ਕਮਾਨ ਕੱਸ ਲਈ ਗਈ ਹੈ ਔਰ ਗੈਂਗਸਟਰਾਂ ਦੇ ਖਿਲਾਫ ਹੁਣ ਅਮਿਤ ਸ਼ਾਹ ਦੌੜਦੇ ਦਿਖਾਈ ਦੇ ਰਹੇ ਨੇ। ਗੈਂਗਸਟਰਾਂ ਨੂੰ ਨੱਥ ਪਾਉਣ ਲਈ ਖਾਸ ਕਰਕੇ ਮੋਸਟ ਵਾਂਟਡ ਗੈਂਗਸਟਰਸ ਤੇ ਅੱਤਵਾਦੀ ਸੰਗਠਨ ਜਿਹੜੇ ਨੇ ਉਹਨਾਂ ਉੱਤੇ ਨੱਥ ਪਾਉਣ ਦੀ ਤਿਆਰੀ ਹੈ ਹੁਣ ਗ੍ਰਹਿ ਮੰਤਰਾਲੇ ਵੱਲੋਂ ਕਰ ਲਈ ਗਈ ਹੈ। ਤੁਹਾਨੂੰ ਦੱਸ ਦਈਏ ਕਿ NIA ਦੇ ਨਾਲ ਹੁਣ ED ਵੀ ਇਸ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਕੇਂਦਰੀ ਏਜੰਸੀਆਂ ਜਿਹੜੀਆਂ ਨੇ ਉਹ ਹੁਣ ਗੈਂਗਸਟਰਾਂ ਦੇ ਪਿੱਛੇ ਪੈ ਚੁੱਕੀਆਂ ਨੇ। NIA ਵੱਲੋਂ ਤਾਂ ਪਹਿਲਾਂ ਹੀ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਛਾਣਬੀਨ ਕੀਤੀ ਜਾ ਰਹੀ ਸੀ, ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਸੀ। 28 ਮੋਸਟ ਵਾਂਟਡ ਗੈਂਗਸਟਰਸ ਦੀ ਸੂਚੀ ਦੀ ਗੱਲ ਕੀਤੀ ਜਾ ਰਹੀ ਸੀ ਤੇ ਉਹ ਵੀ NIA ਵੱਲੋਂ ਤਿਆਰ ਕੀਤੀ ਗਈ ਸੀ, ਘੋਖਿਆ ਗਿਆ ਸੀ ਔਰ ਹੁਣ ED ਵੀ ਇਸ ਦੇ ਵਿੱਚ ਸ਼ਾਮਿਲ ਹੋ ਗਈ ਹੈ, ਸ਼ਮੂਲੀਅਤ ਰੱਖਣ ਲੱਗ ਗਈ ਹੈ। ਹੁਣ ED ਨੂੰ ਵੀ ਇਸ ਗੈਂਗਸਟਰਸ ਦੇ ਖਿਲਾਫ ਚੱਲਦੀ ਮੁਹਿੰਮ ਨੂੰ ਅੱਗੇ ਵਧਾਉਣ ਦੇ ਵਿੱਚ ED ਨੂੰ ਵੀ ਅੱਗੇ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਨੂੰ ਲੈ ਕੇ ਅਮਿਤ ਸ਼ਾਹ ਹੁਣ ਗਹਿਰਾਈ ਨਾਲ ਸੋਚਦੇ ਦਿਖਾਈ ਦੇ ਰਹੇ ਨੇ। ਸੋਚਣ ਵੀ ਕਿਉਂ ਨਾ, ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਹੁਣ 1 ਸਾਲ ਰਹਿ ਚੁੱਕਿਆ, 1 ਸਾਲ ਰਹਿ ਗਿਆ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਹਾਲਾਤ ਜੋ ਬਣ ਰਹੇ ਨੇ, ਪਹਿਲਾਂ ਹੀ ਪੰਜਾਬ ਇੱਕ ਸੈਂਸਿਟਿਵ ਏਰੀਆ ਆ ਜਿੱਥੇ ਕੇਂਦਰ ਸਰਕਾਰ ਦੀ ਪਹਿਲਾਂ ਹੀ ਬੜੀ ਰੁਚੀ ਰਹੀ ਹੈ ਜਾਂ ਬਾਕੀ ਸਰਕਾਰਾਂ ਦੀ ਵੀ ਖਾਸੀ ਰੁਚੀ ਰਹੀ ਹੈ। ਉੱਥੇ ਹੀ ਹੁਣ ਕੇਂਦਰ ਸਰਕਾਰ ਦੁਬਾਰਾ ਸਖਤੀ ਕਰਦੀ ਗੈਂਗਸਟਰਾਂ ਦੇ ਖਿਲਾਫ ਦਿਖਾਈ ਦੇ ਰਹੀ ਹੈ, ਪੰਜਾਬ ਦੇ ਪੱਖ ਪੂਰਦੀ ਦਿਖਾਈ ਦੇ ਰਹੀ ਹੈ। ਪੰਜਾਬ ਵਿੱਚ ਇਲੈਕਸ਼ਨ ਬੈਂਕ ਦਿਖਾਈ ਦੇ ਰਿਹਾ ਕਿ ਕੇਂਦਰ ਸਰਕਾਰ ਨੂੰ ਵੱਡਾ ਸਵਾਲ ਖੜਾ ਹੁੰਦਾ ਹੈ। ਕੇਂਦਰ ਸਰਕਾਰ ਵੱਲੋਂ ਹੁਣ ਪੰਜਾਬ ਦੇ ਪੱਖ ਪੂਰਨੇ ਸ਼ੁਰੂ ਕਰ ਦਿੱਤੇ ਗਏ ਨੇ, ਪੰਜਾਬ ਦੀ ਸਰਕਾਰ ਨਾਲ ਖੜਾਉਣ ਦੇ ਆਪਣੇ ਦਾਅਵੇ ਮਜ਼ਬੂਤ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਕੇਂਦਰ ਸਰਕਾਰ ਵੱਲੋਂ। ਅਮਿਤ ਸ਼ਾਹ ਦਾ ਵੱਡਾ ਬਿਆਨ ਆਉਂਦਾ ਹੈ, ਅੰਮ੍ਰਿਤਪਾਲ ਨੂੰ ਲੈ ਕੇ ਹਰ ਗਤੀਵਿਧੀ ਤੇ ਧਿਆਨ ਰੱਖਿਆ ਜਾਵੇਗਾ, ਪਰਸਨਲੀ ਧਿਆਨ ਰੱਖਿਆ ਜਾਵੇਗਾ ਕੇਂਦਰ ਸਰਕਾਰ ਵੱਲੋਂ। ਹਾਲਾਂਕਿ ਇੱਕ ਕੇਂਦਰ ਸਰਕਾਰ ਹੋਣ ਦੇ ਨਾਂ ਤੇ ਉਹਨਾਂ ਦਾ ਕਰਤੱਵ ਹੈ ਕਿ ਹਰ ਗਤੀਵਿਧੀ ਜਿਹੜੀ ਕਿ ਰਾਸ਼ਟਰ ਦੀ ਸੁਰੱਖਿਆ ਦੇ ਵਿੱਚ ਵਾਧਾ ਖੜੀ ਕਰੇ ਉਸ ਦੇ ਉੱਤੇ ਨਜ਼ਰ ਰੱਖੀ ਜਾਵੇ, ਉਹ ਕੇਂਦਰ ਸਰਕਾਰ ਦਾ ਇੱਕ ਕਰਤੱਵ ਹੈ। ਪਰ ਹੁਣ ਜਦੋਂ ਇਲੈਕਸ਼ਨਸ ਦੇ ਵਿੱਚ ਸਾਲ ਰਹਿ ਗਿਆ, ਉਦੋਂ ਹੀ ਇਹ ਕਰਤੱਵ ਕਿਉਂ ਯਾਦ ਆ ਰਿਹਾ ਕੇਂਦਰ ਸਰਕਾਰ ਨੂੰ? ਇਸ ਤੋਂ ਪਹਿਲਾਂ ਕੇਂਦਰ ਸਰਕਾਰ ਕਿੱਥੇ ਸੀ? ਇਸ ਤੋਂ ਪਹਿਲਾਂ ਇੰਨੀਆਂ ਗੈਂਗਸਟਰਸ ਗਤੀਵਿਧੀਆਂ ਹੋਈਆਂ, ਗੈਂਗਸਟਰਵਾਦ ਫੈਲਦਾ ਰਿਹਾ, ਅੱਤਵਾਦੀ ਸੰਗਠਨ ਆਪਣਾ ਕੰਮ ਕਰਦੇ ਰਹੇ, ਉਸ ਵੇਲੇ ਕੇਂਦਰ ਸਰਕਾਰ ਨੂੰ ਇਹ ਕਿਉਂ ਯਾਦ ਨਹੀਂ ਆਇਆ? 1 ਸਾਲ ਪਹਿਲਾਂ ਹੀ ਕਿਉਂ ਯਾਦ ਆ ਰਿਹਾ ਜਦੋਂ ਲੋਕ ਸਭਾ ਚੋਣਾਂ ਆ ਚੁੱਕੀਆਂ ਨੇ? ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ NIA ਤੇ ED ਦੀ ਜਿਹੜੀ ਆਪਣੀ ਫੋਰਸ ਹੈਗੀ ਹੈ ਉਹ ਵਧਾਈ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਸ਼ਕਤੀਆਂ ਇਹਨਾਂ ਦੋਵਾਂ ਏਜੰਸੀਆਂ ਦੀ ਵਧਾਈ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ NIA ਤੇ ED ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਕੇਂਦਰ ਸਰਕਾਰ ਵੱਲੋਂ ਵਧਾਈਆਂ ਜਾ ਸਕਦੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਫੋਰਸ ਨੂੰ ਵੀ, ਖਾਸ ਕਰਕੇ ਦਿੱਲੀ ਦੀ ਜਿਹੜੀ ਪੁਲਿਸ ਫੋਰਸ ਹੈ, ਸਪੈਸ਼ਲ ਸੈੱਲ ਹੈ, ਉਸ ਨੂੰ ਵੀ ਹੁਣ ਨਿਰਧਾਰਿਤ ਕਰ ਦਿੱਤਾ ਗਿਆ ਕਿ ਉਹਨਾਂ ਵੱਲੋਂ ਵੀ ਸਪੈਸ਼ਲ ਟੁਕੜੀਆਂ ਬਣਾਈਆਂ ਜਾਣ ਔਰ ਇਹਨਾਂ ਸਪੈਸ਼ਲ ਟੁਕੜੀਆਂ ਦਾ ਇਹੀ ਕੰਮ ਹੋਏਗਾ ਕਿ ਗੈਂਗਸਟਰਸ ਨੂੰ ਲੱਭਿਆ ਜਾਵੇ। ਜਿਵੇਂ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਸੀ ਪੰਜਾਬ ਦੇ ਵਿੱਚ, ਉਸੇ ਤਰ੍ਹਾਂ ਹੁਣ ਕੇਂਦਰ ਸਰਕਾਰ ਵੱਲੋਂ ਸਪੈਸ਼ਲ ਟੁਕੜੀਆਂ ਜਿਹੜੀਆਂ ਨੇ ਉਹ ਪੁਲਿਸ ਦੀਆਂ ਬਣਾਈਆਂ ਜਾਣਗੀਆਂ, ਜਿਹੜੀਆਂ ਸੂਤਰਾਂ ਮੁਤਾਬਕ ਇਹਨਾਂ ਗੈਂਗਸਟਰਸ ਤੇ ਅੱਤਵਾਦੀ ਸੰਗਠਨਾਂ ਨੂੰ ਨੱਥ ਪਾਉਣ ਦੇ ਵਿੱਚ ਕਾਰਜਯੋਗ ਹੋਣਗੀਆਂ, ਕਾਰਜਸ਼ੀਲ ਹੋਣਗੀਆਂ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਇਸ ਸਾਲ ਦੇ ਵਿੱਚ, ਇਸ ਵਕਫੇ ਦੇ ਵਿੱਚ, ਜਦੋਂ ਹੁਣ ਲੋਕ ਸਭਾ ਇਲੈਕਸ਼ਨਸ ਆਉਣ ਵਾਲੀਆਂ, ਉਸ ਤੋਂ ਪਹਿਲਾਂ ਦੇ ਇਸ ਵਕਫੇ ਦੇ ਵਿੱਚ ਕੀ ਕੁਝ ਕੀਤਾ ਜਾਂਦਾ ਕੇਂਦਰ ਸਰਕਾਰ ਵੱਲੋਂ, ਕਿਹੜੇ ਦਾਅਵੇ ਕੀਤੇ ਜਾਂਦੇ ਨੇ, ਕਿੱਥੇ ਕਿੱਥੇ ਫੇਰੇ ਕੱਢੇ ਜਾਂਦੇ ਨੇ, ਵਹੀਰਾਂ ਕੱਤੀਆਂ ਜਾਂਦੀਆਂ ਨੇ ਔਰ ਨਾਲ ਹੀ ਗੈਂਗਸਟਰਾਂ ਦੇ ਖਿਲਾਫ, ਖਾਸ ਕਰਕੇ ਪੰਜਾਬ ਦੇ ਹਾਲਾਤਾਂ ਦੇ ਖਿਲਾਫ ਕੀ ਕੁਝ ਕੀਤਾ ਜਾਂਦਾ ਹੈ। ਕਾਫੀ ਵੱਡੇ ਪੱਧਰ ਤੇ ਗਤੀਵਿਧੀਆਂ ਜਿਹੜੀਆਂ ਨੇ ਉਹ ਤੇਜ਼ ਹੋ ਚੁੱਕੀਆਂ ਨੇ ਗ੍ਰਹਿ ਮੰਤਰਾਲੇ ਦੀਆਂ, ਕੇਂਦਰ ਸਰਕਾਰ ਦੀਆਂ। ਹੁਣ ਵੇਖਣਾ ਹੋਵੇਗਾ ਕੀ ਕੁਝ ਕੀਤਾ ਜਾਂਦਾ ਹੈ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ, ਪਲ ਪਲ ਦੀ ਜਾਣਕਾਰੀ ਦਿੰਦੇ ਰਹਾਂਗੇ। Subscribe to One India channel and never miss an update.